ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਸੁਭਾਈਮਾਨ ਗੁਰੂ ਪਿਆਰੀ ਗੁਰੂ ਸਾਰੀ ਸਤ ਸੰਗਤ ਜੀ, ਬੜੇ ਹੀ ਵੱਡਿਆਂ ਭਾਗਾਂ ਵਾਲੇ ਹਾਂ। ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਜੁੜ ਬੈਠ ਕੇ ਸਤਿਗੁਰਾਂ ਦੀ ਇਲਾਹੀ ਬਾਣੀ ਦੇ ਸ਼ਬਦ ਕੀਰਤਨਾਂ ਨੂੰ ਸਰਵਣ ਕਰਕੇ ਪਿਆਰ ਵਾਲਿਓ, ਜੀਵਨ ਦੇ ਕੁਝ ਜਿਹੜੇ ਪਲ ਨੇ ਤਿਨਾਂ ਨੂੰ ਸਫਲਾ ਬਣਾਉਣ ਦਾ ਯਤਨ ਕਰ ਰਹੇ ਸਾਂ। ਆਓ ਕੁਝ ਸਮੇਂ ਦੇ ਲਈ ਗੁਰਮਤਿ ਵਿਚਾਰਾਂ ਦੇ ਨਾਲ ਜੁੜਨਾ ਕਰੀਏ। ਵਿਚਾਰਾਂ ਦੀ ਆਰੰਭਤਾ ਤੋਂ ਪਹਿਲਾਂ ਦੋਏ ਕਰ ਜੋੜ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਹਾਜ਼ਰੀ ਲਵਾਓ। ਬੜੇ ਹੀ ਪਿਆਰ ਦੇ ਨਾਲ ਗੁਰਫਤਿਹ ਦੇ ਨਾਲ ਸਾਂਝ ਪਾਓ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦੇਸੀ ਮਹੀਨੇ ਸੌਣ ਮਹੀਨੇ ਦੀ ਆਰੰਭਤਾ ਹੈ ਤੇ ਪਿਆਰ ਵਾਲਿਓ, ਜਦੋਂ ਗੁਰਬਾਣੀ ਨੂੰ ਪੜ੍ਹਦੇ ਹਾਂ, ਇਸ ਮਨੁੱਖ ਦੇ ਵੱਲੋਂ ਬਣਾਏ ਗਏ ਇਹ ਦਿਨ, ਇਹ ਵਾਰ, ਇਹ ਮਹੀਨੇ, ਇਹ ਸਾਲ ਜਿਸ ਦੇ ਪਰਥਾਏ ਸਤਿਗੁਰਾਂ ਨੇ ਆਪਣੀ ਬਾਣੀ ਦੇ ਅੰਦਰ, ਭਾਵੇਂ ਦਿਨ ਹੋਵੇ ਭਾਵੇਂ ਰਾਤ ਹੋਵੇ, ਮਹੀਨਾ ਹੋਵੇ ਸਾਲ ਹੋਵੇ, ਹਰੇਕ ਢੰਗ ਦੇ ਨਾਲ ਉਸ ਅਕਾਲ ਪੁਰਖ ਦੇ ਨਾਲ ਜੋੜਨ ਦਾ ਯਤਨ ਕੀਤਾ। ਇੱਥੋਂ ਤੱਕ ਸਤਿਗੁਰਾਂ ਦੀ ਬਾਣੀ ਇਹ ਵੀ ਗੱਲ ਆਖਦੀ ਆ, ਆਖਣ ਲੱਗੇ ਭਾਈ ਤੂੰ ਦੂਰ ਕੀ ਜਾਣੈ, ਮਹੀਨੇ ਦੀ ਗੱਲ ਛੱਡ, ਇਹ ਦਿਨ ਰਾਤ ਦੀ ਗੱਲ ਛੱਡ, ਹਫ਼ਤੇ ਦੀ ਗੱਲ ਛੱਡ, ਜਿਹੜਾ ਤੇਰੇ ਅੰਦਰੋਂ ਇਹ ਸਵਾਸ ਨਿਕਲਦਾ ਪਿਆ, ਇਹ ਪ੍ਰਾਣ ਨਿਕਲਦਾ ਪਿਆ, ਇਸ ਪ੍ਰਾਣ ਦੇ ਨਾਲ ਵੀ ਤੂੰ ਉਸ ਪਰਮਾਤਮਾ ਦੇ ਨਾਮ ਨੂੰ ਜਪਣਾ। ਕਿਉਂ? ਇਹ ਤੇਰਾ ਪ੍ਰਾਣ ਹੀ ਇੰਨਾ ਅਮੁੱਲਕ ਆ। ਕੀ ਪਤਾ ਕਿਹੜੇ ਸਵਾਸ ਦੇ ਨਾਲ ਜਪਿਆ ਹੋਇਆ, ਕਿਸ ਸਵਾਸ ਦੇ ਨਾਲ ਉਸ ਪਰਮਾਤਮਾ ਨੂੰ ਸਿਮਰਿਆ ਹੋਇਆ ਤੇਰਾ ਨਾਮ ਉਸ ਰੱਬ ਦੇ ਦਰ ਦੇ ਉੱਤੇ ਪ੍ਰਵਾਨ ਹੋ ਜਾਵੇ। ਤੇ ਜਦੋਂ ਮਹੀਨਿਆਂ ਦੀ ਗੱਲ ਹੋਈ, ਜਿੱਥੇ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਨੇ ਤੁਖਾਰੀ ਰਾਗ ਦੇ ਅੰਦਰ 12 ਮਹ ਬਾਣੀ ਨੂੰ ਉਚਾਰਨ ਕੀਤਾ, ਉਹਦੇ ਨਾਲ ਨਾਲ 5ਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਨੇ ਮਾਝ ਰਾਗ ਦੇ ਅੰਦਰ 14 ਬੰਦਾ ਵਾਲਾ ਇੱਕ 12 ਮਹ ਬਾਣੀ ਉਚਾਰਨ ਕਰਕੇ ਸਿੱਖਾਂ ਨੂੰ ਫਿਰ ਮਹੀਨੇ ਦੇ ਅੰਦਰ ਉਸ ਪਰਮਾਤਮਾ ਦੇ ਨਾਲ ਕਿਵੇਂ ਜੁੜਿਆ ਜਾ ਸਕਦਾ ਹੈ, ਇਹਦਾ ਵੀ ਜੀਵਨ ਜਾਂਚ ਦੱਸ ਦਿੱਤੀ, ਢੰਗ ਦੱਸ ਦਿੱਤਾ। ਤੇ ਪਿਆਰ ਵਾਲੇ, ਜਿਵੇਂ ਕਿਸੇ ਮਕਾਨ ਦੀ ਛੱਤ ਤੇ ਚੜ੍ਹਨਾ ਹੋਵੇ, ਉਹਦੇ ਲਈ ਫਿਰ ਪੌੜੀ ਦੀ ਵਰਤੋਂ ਕੀਤੀ ਜਾਂਦੀ ਹੈ, ਤੇ ਪੌੜੀ ਤੇ ਫਿਰ ਅਲੱਗ-ਅਲੱਗ ਪੌੜੀਆਂ ਹੁੰਦੇ ਨੇ, ਡੰਡੇ ਹੁੰਦੇ ਨੇ। ਤੇ ਐਵੇਂ ਹੀ ਉਸ ਅਕਾਲ ਪੁਰਖ ਦੇ ਨਾਲ ਜੁੜਨ ਦੇ ਲਈ ਸਤਿਗੁਰਾਂ ਨੇ ਫਿਰ ਇਹ 12 ਮਹੀਨਿਆਂ ਨੂੰ 12 ਡੰਡੇ ਬਣਾਏ ਤੇ ਹਰੇਕ ਮਹੀਨੇ ਦੇ ਪਰਥਾਏ ਇੱਕ ਸਟੈਪ ਫਿਰ ਅਕਾਲ ਪੁਰਖ ਦੇ ਨਾਲ ਜੁੜਨ ਦਾ ਢੰਗ ਦੱਸਿਆ। ਤੇ ਅੱਜ ਸੌਣ ਮਹੀਨੇ ਦੀ ਆਰੰਭਤਾ ਹੈ ਤੇ ਆਪ ਜੀ ਨੇ 5ਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਦੇ ਮੁਖਾਰਬਿੰਦ ਤੋਂ ਉਚਾਰਨ ਕੀਤਾ ਹੋਇਆ ਇਸ ਮਹੀਨੇ ਦੇ ਪਰਥਾਏ ਇਹ ਸ਼ਬਦ, ਜੋ ਮਾਝ ਰਾਗ ਦੇ ਅੰਦਰ 12ਵਾਂ ਬਾਣੀ ਦੇ ਅੰਦਰ 6 ਨੰਬਰ ਜੋ ਇਹ ਪੌੜੀ ਕਹਿ ਲਵੋ, ਇਹ ਬੰਦ ਕਹਿ ਲਵੋ,
ਇਹ ਸਤਿਗੁਰਾਂ ਦਾ ਉਚਾਰਨ ਕੀਤਾ ਹੋਇਆ। ਤੇ ਪਿਆਰ ਵਾਲਿਓ, ਇਹਦੇ ਅੰਦਰ ਵੀ ਸਤਿਗੁਰਾਂ ਨੇ ਫਿਰ ਬੜੀ ਪਿਆਰੀ ਉਦਾਹਰਨ ਦਿੱਤੀ ਹੈ, ਸਮਝਾਉਣਾ ਕੀਤਾ ਵੀ ਉਸ ਪਰਮਾਤਮਾ ਦੇ ਨਾਲ ਕਿਵੇਂ ਜੁੜਿਆ ਜਾਵੇ। ਤੇ ਆਪਾਂ ਵੇਖਦੇ ਪਏ ਹਾਂ, ਬਜ਼ੁਰਗਾਂ ਨੂੰ ਇਸ ਗੱਲ ਦਾ ਪਤਾ ਹੈ ਵੀ ਜਿਵੇਂ ਸਾਉਣ ਦਾ ਮਹੀਨਾ ਹੁੰਦਾ ਤਿਵੇਂ ਇਹ ਬਾਰਿਸ਼ਾਂ ਦੀ ਜਿਹੜੀ ਬੂੰਦਾਬਾਰੀ ਹੈ ਇਹ ਵਧਣੀ ਸ਼ੁਰੂ ਹੋ ਜਾਂਦੀ ਹੈ। ਤੇ ਇਹਦੇ ਨਾਲ ਇਹ ਹਾੜ ਦੇ ਮਹੀਨੇ ਦੇ ਅੰਦਰ ਪਈ ਹੋਈ ਤਪਸ਼, ਇਹਦੇ ਨਾਲ ਮੁਰਝਾਏ ਹੋਏ ਜਿਹੜੇ ਬੂਟੇ ਨੇ ਇਹ ਵੀ ਜਿਹੜੇ ਹਰੇ ਭਰੇ ਹੋਣ ਲੱਗ ਪੈਂਦੇ ਨੇ। ਜਿੰਨੀ ਬਨਸਪਤੀ ਹੈ ਸਾਰੀ ਹਰੀ ਭਰੀ ਹੋਣ ਲੱਗ ਪੈਂਦੀ ਹੈ। ਤੇ ਇਸੇ ਪ੍ਰਕਾਰ ਸਤਿਗੁਰਾਂ ਨੇ ਕਿਰਪਾ ਕੀਤੀ ਵੀ ਆਖਣ ਲੱਗੇ ਤੇਰਾ ਮਨ ਵੀ ਮੁਰਝਾਇਆ ਪਿਆ, ਤੇ ਜਦੋਂ ਤੂੰ ਉਸ ਅਕਾਲ ਪੁਰਖ ਦੇ ਨਾਲ, ਪ੍ਰਭੂ ਪਤੀ ਦੇ ਨਾਲ ਜੁੜੇਗਾ, ਉਹਦੇ ਚਰਨਾਂ ਦੇ ਨਾਲ ਆਪਣਾ ਪਿਆਰ ਬਣਾ ਲਵੇਂਗਾ, ਉਹਦੇ ਚਰਨਾਂ ਦੇ ਵਿੱਚ ਆਪਣੇ ਆਪ ਨੂੰ ਟਿਕਾ ਦੇਵੇਂਗਾ, ਕਹਿੰਦੇ ਫਿਰ ਤੂੰ ਉਸ ਪਰਮਾਤਮਾ ਦੇ ਦਰ ਤੇ ਵੀ ਪ੍ਰਵਾਨ ਹੋ ਜਾਵੇਂਗਾ, ਤੂੰ ਵੀ ਹਰਿਆ ਭਰਿਆ ਹੋ ਜਾਵੇਂਗਾ। ਤੇ ਸਤਿਗੁਰਾਂ ਨੇ ਕਿਰਪਾ ਕੀਤੀ, ਆਖਣ ਲੱਗੇ ਸਾਵਣ ਸਰਸੀ ਕਾਮਨੀ, ਚਰਨ ਕਮਲ ਸੋ ਪਿਆਰ। ਸਾਵਣ ਦੇ ਮਹੀਨੇ ਦੇ ਅੰਦਰ ਸਰਸੀ ਦਾ ਅਰਥ ਕੁਝ ਵਿਦਵਾਨਾਂ ਨੇ, ਸੱਜਣਾ ਨੇ ਕੀਤਾ ਸਾ ਰਸੀ, ਭਾਵ ਰਸਾਂ ਵਾਲੀ ਹਰੀ ਭਰੀ। ਕਹਿੰਦੇ ਸਾਉਣ ਦੇ ਮਹੀਨੇ ਦੇ ਅੰਦਰ ਉਹੀ ਹਰੀ ਭਰੀ, ਉਹੀ ਰਸਾਂ ਵਾਲੀ ਕਾਮਨੀ ਦਾ ਅਰਥ ਹੈ ਇਸਤਰੀ। ਤੇ ਇੱਕ ਗੱਲ ਦਾ ਧਿਆਨ ਜ਼ਰੂਰ ਰੱਖਿਆ ਜੀ, ਜਦੋਂ ਗੁਰਬਾਣੀ ਨੂੰ ਪੜ੍ਹਦੇ ਹਾਂ, ਭਾਵੇਂ ਕੋਈ ਪੁਰਸ਼ ਹੈ, ਭਾਵੇਂ ਕੋਈ ਮਰਦ ਹੈ, ਭਾਵੇਂ ਕੋਈ ਇਸਤਰੀ ਹੈ, ਇਹ ਸਭ ਉਸ ਅਕਾਲ ਪੁਰਖ ਦੀਆਂ ਜੀਵ ਇਸਤਰੀਆਂ ਹੀ ਨੇ। ਤੇ ਜੇਕਰ ਖਸਮ ਦੀ ਗੱਲ ਕੀਤੀ ਤੇ ਖਸਮ ਕੇਵਲ ਇੱਕ ਹੈ, ਉਹ ਹੈ ਪਰਮਾਤਮਾ ਅਕਾਲ ਪੁਰਖ। ਤੇ ਸਤਿਗੁਰਾਂ ਨੇ ਕਿਰਪਾ ਕੀਤੀ, ਕਹਿੰਦੇ ਆਖਣ ਲੱਗੇ ਸਾਵਣ ਸਰਸੀ ਕਾਮਨੀ। ਇਸ ਸਾਉਣ ਦੇ ਮਹੀਨੇ ਦੇ ਅੰਦਰ ਜਦੋਂ ਇਹ ਹਰਿਆਵਲ ਵਾਲੀ, ਰਸਾਂ ਵਾਲੀ ਇਹ ਸੋਹਣੀ ਰੁੱਤ ਆਉਂਦੀ ਹੈ, ਤੇ ਜੀਵ ਇਸਤਰੀ ਉਹੀ ਫਿਰ ਉਹਦੀ ਜਿੰਦ ਨੂੰ ਟਿਕਾਣੇ ਆਉਂਦਾ ਹੈ, ਟਿਕਾ ਆਉਂਦਾ ਹੈ ਵੀ ਚਰਨ ਕਮਲ ਸੋ ਪਿਆਰ, ਜਿਹਦਾ ਹੁਣ ਸਤਿਗੁਰਾਂ ਦੇ ਅਕਾਲ ਪੁਰਖ ਦੇ ਚਰਨਾਂ ਕਮਲਾਂ ਦੇ ਨਾਲ ਪਿਆਰ ਬਣਿਆ ਹੋਵੇ। ਤੇ ਪਿਆਰ ਵਾਲਿਓ, ਹਰੇਕ ਜਿਹੜਾ ਜੀਵ ਹੈ ਉਹ ਇਹ ਸੋਚਦਾ ਵੀ ਮੇਰੀ ਜ਼ਿੰਦਗੀ ਦੇ ਅੰਦਰ ਸੁੱਖ ਆ ਜਾਵੇ। ਕੋਈ ਵੀ ਇਹੋ ਜਿਹਾ ਨਹੀਂ, ਭਾਵੇਂ ਮੈਂ ਹੋਵਾਂ, ਭਾਵੇਂ ਕੋਈ ਵੀ ਹੋਵੇ, ਹਰੇਕ ਬੰਦਾ ਇਹ ਗੱਲ ਆਖਦਾ ਵੀ ਮੇਰੀ ਜਿਹੜੀ ਜ਼ਿੰਦਗੀ ਸੁੱਖਾਂ ਦੇ ਨਾਲ ਭਰ ਜਾਵੇ, ਕਦੇ ਵੀ ਜ਼ਿੰਦਗੀ ਦੇ ਵਿੱਚ ਦੁੱਖ ਨਾ ਆਉਣ। ਤੇ ਸਤਿਗੁਰਾਂ ਨੇ ਫਿਰ ਕੁਝ ਕੁ ਬਚਨ ਆਖੇ ਤੇ ਆਖਣ ਲੱਗੇ ਵੀ ਇਹ ਜਿਵੇਂ ਸਾਉਣ ਮਹੀਨੇ ਦੀ ਆਰੰਭਤਾ ਹੁੰਦੀ ਹੈ, ਤੇ ਇਹਦੇ ਅੰਦਰ ਭਲਾ ਹਰ ਕੋਈ ਮਨੁੱਖ ਸੁਖੀ ਥੋੜ੍ਹਾ ਹੁੰਦਾ ਹੈ। ਕੁਝ ਇਹੋ ਜਿਹੇ ਜੀਵ ਨੇ, ਕੁਝ ਇਹੋ ਜਿਹੇ ਚਾਰ ਜੀਵਾਂ ਦੀ ਗੱਲ ਕੀਤੀ ਜਿਹੜੇ ਇਸ ਰੁੱਤ ਦੇ ਵਿੱਚ ਖੁਸ਼ ਵੀ ਹੁੰਦੇ ਨੇ, ਬੜੇ ਖੇੜੇ ਦੇ ਵਿੱਚ ਹੁੰਦੇ ਨੇ, ਤੇ ਕੁਝ ਇਹੋ ਜਿਹੇ ਹੁੰਦੇ ਨੇ ਜਿਹੜੇ ਦੁਖੀ ਵੀ ਬੜੇ ਹੁੰਦੇ ਨੇ, ਜਿਨ੍ਹਾਂ ਦਾ ਵਿਛੋੜਾ ਹੋ ਜਾਂਦਾ ਹੈ। ਤੇ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਦੇ 2 ਸ਼ਲੋਕ ਹੁੰਦੇ ਨੇ ਸਾਵਣ ਦੇ ਪਰਥਾਈ। ਆਖਣ ਲੱਗੇ ਇਹ ਸਾਵਣ ਦਾ ਮਹੀਨੇ ਦੀ ਜਿਵੇਂ ਆਰੰਭਤਾ ਹੋਈ ਇਹ ਰੁੱਤ ਆਈ, ਤੇ ਇਸ ਮਹੀਨੇ ਦੇ ਨਾਲ 4 ਤੀ ਜੀਵ ਇਹੋ ਜਿਹੇ ਜਿਵੇਂ ਇਹ ਰੁੱਤ ਚੜੀ ਤੇ ਇਹਦੇ ਵਿੱਚ ਉਹ ਉਛਾਲਾ ਮਾਰਨ ਲੱਗ ਪਏ, ਨੱਚਣ ਟੱਪਣ ਲੱਗ ਪਏ, ਭਾਵ ਮਨ ਦੇ ਅੰਦਰ ਖੁਸ਼ੀ ਖੇੜਾ ਆ ਗਿਆ। ਉਹ ਕਿਹੜੇ? ਨਾਨਕ ਸਾਵਣ ਜੇ ਵਸੈ, ਚਹੁ ਉਮਾਹਾ ਹੋਈ, ਨਾਗਾ ਮਿਰਗਾ ਮੱਛੀਆਂ ਰਸੀਆਂ ਧਨ ਹੋਏ। ਤੇ ਆਖਣ ਲੱਗੇ ਸਭ ਤੋਂ ਪਹਿਲਾਂ ਤੇ ਇਹ ਨਾਗਾ, ਇਹ ਧਰਤੀ ਜਿਹੜੀ ਤਪਸ਼ ਭਰਦੀ ਪਈ ਸੀ, ਤਪਸ਼ ਜਦੋਂ ਠੰਡੀ ਹੋਈ ਇਹ ਨਾਗ ਖੁਸ਼ ਹੋਏ। ਮਿਰਗਾ ਦਾ ਅਰਥ ਹਿਰਨ। ਤੇ ਜਿਵੇਂ ਹੁਣ ਆਪਾਂ ਵੇਖਦੇ ਹਾਂ, ਹੁਣ ਬਰਸਾਤਾਂ ਹੁੰਦੀਆਂ ਨੇ, ਜੰਗਲ ਦੇ ਵਿੱਚ ਸੁੱਕਿਆ ਹੋਇਆ ਜਿਹੜਾ ਘਾਹ ਵੀ ਉਹ ਵੀ ਹਰਾ ਭਰਾ ਹੋ ਜਾਂਦਾ ਹੈ। ਤੇ ਜਦੋਂ ਇਹਨਾਂ ਪਸ਼ੂਆਂ ਨੂੰ ਖਾਣ ਦੇ ਲਈ ਚਾਰਾ ਮਿਲੇਗਾ, ਖੁਰਾਕ ਮਿਲੇਗੀ, ਇਹ ਵੀ ਬੜੇ ਖੁਸ਼ ਹੁੰਦੇ ਨੇ। ਤੇ ਫਿਰ ਕਿਰਪਾ ਕੀਤੀ, ਆਖਣ ਲੱਗੇ ਨਾਗਾ ਮਿਰਗਾ ਹਿਰਨ, ਕਹਿੰਦੇ ਜਿਵੇਂ ਇਹ ਰੁੱਤ ਪਈ, ਇਹ ਬਰਸਾਤ ਪਈ,
ਮੀਂਹ ਆਇਆ ਤੇ ਜੰਗਲ ਦੇ ਵਿੱਚ ਉੱਗਿਆ ਹੋਇਆ ਜਿਹੜਾ ਘਾਹ ਵੀ ਹਰਾ ਭਰਾ ਹੋ ਗਿਆ ਤੇ ਹਰਾ ਭਰਾ ਹੋਇਆ ਤੇ ਇਹ ਹਿਰਨ ਬੜੇ ਪ੍ਰਸੰਨ ਹੋਏ, ਬੜੇ ਖੁਸ਼ ਹੋਏ। ਨਾਗਾਂ, ਮਿਰਗਾਂ, ਮੱਛੀਆਂ ਤੇ ਜਦੋਂ ਹੁਣ ਵੇਖਦੇ ਹਾਂ ਹਾੜ੍ਹ ਦੇ ਮਹੀਨੇ ਦੇ ਅੰਦਰ ਇੰਨੀ ਤਪਸ਼ ਪੈਂਦੀ ਹੈ, ਇੰਨੀ ਅੱਗ ਵਰਦੀ ਹੈ ਵੀ ਲੋਹਾਂ ਵੀ ਜਿਹੜੀਆਂ ਨੇ ਉਹ ਵੀ ਹਵਾਵਾਂ ਵੀ ਗਰਮੀ ਚੱਲਦੀਆਂ ਨੇ ਗਰਮ। ਤੇ ਇਹਦੇ ਨਾਲ ਵੀ ਇੱਥੋਂ ਤੱਕ ਜਿਹੜੇ ਦਰਿਆਵਾਂ ਦੇ ਵਿੱਚ, ਸਰੋਵਰਾਂ ਦੇ ਵਿੱਚ, ਨਹਿਰਾਂ ਦੇ ਵਿੱਚ ਪਾਣੀ ਹੁੰਦਾ, ਉਹ ਪਾਣੀ ਵੀ ਕਈ ਵਾਰੀ ਸੁੱਕ ਜਾਂਦਾ, ਤਲਾਬ ਵੀ ਸੁੱਕ ਜਾਂਦੇ ਨੇ। ਹੁਣ ਮੱਛੀਆਂ ਦਾ ਜਿਹੜਾ ਜੀਵਨ ਹੈ ਉਹ ਤੇ ਪਾਣੀ ਹੈ, ਪਾਣੀ ਤੋਂ ਬਿਨਾਂ ਰਹਿ ਨਹੀਂ ਸਕਦੇ। ਤੇ ਇਸੇ ਲਈ ਆਖਣ ਲੱਗੇ ਜਿਵੇਂ ਇਹ ਮੀਂਹ ਪੈਂਦਾ, ਮੀਂਹ ਪੈਣ ਦੇ ਨਾਲ ਜਦੋਂ ਇਹਨਾਂ ਤਲਾਬਾਂ ਦੇ ਵਿੱਚ, ਸਰੋਵਰਾਂ ਦੇ ਵਿੱਚ ਪਾਣੀ ਨੱਕੋ ਨੱਕ ਭਰ ਜਾਂਦਾ ਹੈ ਤੇ ਇਹ ਮੱਛੀਆਂ ਬੜੀਆਂ ਖੁਸ਼ ਹੁੰਦੀਆਂ ਨੇ, ਬੜੀਆਂ ਸੁਖੀ ਹੁੰਦੀਆਂ ਨੇ, ਕਿਉਂ ਇਹ ਪਾਣੀ ਦੇ ਵਿੱਚ ਰਹਿਣਾ ਪਸੰਦ ਕਰਦੀਆਂ। ਤੇ ਧਨੀਆ ਕਰਤਨ ਹੋਏ, ਰੱਸੀਆਂ ਕਰਤਨ ਹੋਏ। ਤੇ ਚੌਥੇ ਜਿਹੜੇ ਰਸ ਮੰਨਣ ਵਾਲੇ ਉਹ ਆਖਦੇ ਨੇ ਚਲੋ ਬਰਸਾਤਾਂ ਦੇ ਦਿਨ ਸ਼ੁਰੂ ਹੋਏ, ਸਾਰਾ ਸਾਲ ਕਮਾਇਆ ਵੀ ਹੁਣ ਇੱਦਾਂ ਕਰਦੇ ਆ ਵੀ ਹੁਣ ਆ ਮਹੀਨਾ ਘਰ ਬਹਿ ਕੇ ਜਿਨ੍ਹਾਂ ਨੇ ਆਪਣੇ ਘਰ ਦੇ ਵਿੱਚ ਕੁਝ ਜੋੜਿਆ ਹੋਵੇ ਉਹ ਸੋਚਦੇ ਨੇ ਵੀ ਹੁਣ ਘਰ ਬਹਿ ਕੇ ਕੁਝ ਨਵੇਂ ਤੋਂ ਨਵੀਂ, ਕੋਈ ਟੇਸਟੀ ਤੋਂ ਟੇਸਟੀ ਕੋਈ ਚੀਜ਼ ਬਣਾਉਂਦੇ ਆ, ਜਿੰਨੇ ਰਸ ਨੇ ਇਹਨਾਂ ਰਸਾਂ ਦਾ ਆਨੰਦ ਮਾਣਦੇ ਆ। ਤੇ ਫਿਰ ਸਤਿਗੁਰਾਂ ਨੇ ਕਿਰਪਾ ਕੀਤੀ ਵੀ ਕੇਵਲ ਜਿਹੜੇ ਮਨੁੱਖ ਉਹ ਸੁਖੀ ਨਹੀਂ ਹੁੰਦੇ, ਕੇਵਲ ਇਹਦੇ ਵਿੱਚੋਂ ਕੁਝ ਇਹੋ ਜਿਹੇ ਨੇ ਜਿਹੜੇ ਦੁਖੀ ਵੀ ਬੜੇ ਹੁੰਦੇ ਨੇ ਇਸ ਸੌਣ ਦੀ ਰੁੱਤ ਆਉਣ ਦੇ ਨਾਲ। ਸਤਿਗੁਰੂ ਪਾਤਸ਼ਾਹ ਜੀ ਨੇ ਕਿਰਪਾ ਕੀਤੀ, ਨਾਨਕ ਸਾਵਣ ਜੀ ਵਸੈ ਚਹੁ ਵਿਛੋੜਾ ਹੋਏ। ਪਹਿਲਾਂ ਚਾਰ ਦਾ ਆਖਿਆ ਵੀ ਉਹਨਾਂ ਦੇ ਮਨ ਦੇ ਵਿੱਚ ਆਨੰਦ ਪੈਦਾ ਹੁੰਦਾ ਜਿਵੇਂ ਸਾਵਣ ਆਉਂਦਾ, ਤੇ ਹੁਣ ਕਿਰਪਾ ਕਰ ਦਿੱਤੀ, ਆਖਣ ਲੱਗੇ ਵੀ ਚਹੁ ਵਿਛੋੜਾ ਹੋਏ। ਤੇ ਚਾਰ ਇਹੋ ਜਿਹੇ ਜੀਵ ਨੇ ਜਿਨ੍ਹਾਂ ਦਾ ਆਪਣੇ ਆਪ ਤੋਂ ਵਿਛੋੜਾ ਵੀ ਹੁੰਦਾ। ਉਹ ਕਿਹੜੇ ਨੇ? ਗਾਵਾਂ, ਪੁੱਤਾਂ, ਨਿਰਤਨਾ। ਸਭ ਤੋਂ ਪਹਿਲਾਂ ਤੇ ਹੁਣ ਪੁਰਾਣੇ ਸਮੇਂ ਦੇ ਅੰਦਰ, ਅੱਜ ਤੇ ਚਲੋ ਮਸ਼ੀਨਰੀ ਦਾ ਯੁੱਗ ਆ ਗਿਆ, ਘਰਾਂ ਦੇ ਵਿੱਚ ਟਰੈਕਟਰ ਨੇ, ਅਨੇਕਾਂ ਪ੍ਰਕਾਰ ਦੇ ਸਾਧਨ ਨੇ ਇਹ ਖੇਤੀਬਾੜੀ ਕਰਨ ਦੇ ਲਈ। ਪੁਰਾਣੇ ਸਮੇਂ ਦੇ ਅੰਦਰ ਕੀ ਕਰਨਾ ਨਾ ਤੇ ਘਰਾਂ ਦੇ ਵਿੱਚ ਟਿਊਬਵੈੱਲ ਬੋਰ ਹੋਇਆ ਕਰਦੇ ਸਨ। ਜੇਕਰ ਮੀਂਹ ਪੈ ਜਾਣਾ ਕਰਨਾ ਤੇ ਫਸਲ ਹੋ ਜਾਣੀ, ਜੇ ਨਾ ਪੈਣਾ ਕਰਨਾ ਤੇ ਨਾ। ਤੇ ਜਦੋਂ ਇਹ ਸਾਵਣ ਦੀ ਰੁੱਤ ਆਉਣੀ ਕਰਨੀ, ਇਹ ਦਿਨ ਆਣੇ ਕਰਨੇ, ਤੇ ਜਿਹੜੇ ਬਜ਼ੁਰਗ ਸਨ, ਬਜ਼ੁਰਗਾਂ ਨੇ ਕੀ ਕਰਨਾ ਵੀ ਆਖਣਾ ਕਰਨਾ, ਭਾਈ ਥੋੜੀ ਥੋੜੀ ਹੁਣ ਵਰਖਾ ਹੋ ਰਹੀ ਹੈ, ਬੂੰਦਾਬਾਰੀ ਹੋ ਰਹੀ ਹੈ, ਹੁਣ ਇੱਦਾਂ ਕਰਦੇ ਆ ਵੀ ਆਪਣੀ ਫਸਲਾਂ ਨੂੰ, ਆਪਣੀ ਜਿਹੜੀ ਖੇਤੀ ਹੈ ਇਹਨਾਂ ਖੇਤਾਂ ਨੂੰ ਚੰਗੀ ਤਰ੍ਹਾਂ ਵਾਹ ਕੇ ਇਹਦੇ ਵਿੱਚ ਕੁਝ ਨਾ ਕੁਝ ਫਸਲ ਬੀਜਦੀ ਹੈ, ਤਾਂ ਜੋ ਆਉਣ ਵਾਲੇ ਸਮੇਂ ਦੇ ਅੰਦਰ ਸਾਡੇ ਖਾਣ ਦਾ ਪ੍ਰਬੰਧ ਹੋ ਜਾਵੇ। ਜਿਵੇਂ ਇਹ ਬਰਸਾਤ ਹੋਣੀ ਕਰਨੀ, ਬਰਸਾਤਾਂ ਦੇ ਨਾਲ ਖੇਤਾਂ ਦੇ ਵਿੱਚ ਪਾਣੀ ਆਉਣਾ, ਇਹ ਖੇਤਾਂ ਦੇ ਵਿੱਚ ਸੁੱਕਿਆ ਹੋਇਆ, ਜਿਹੜੇ ਸੁੱਕੇ ਹੋਏ ਖੇਤ ਵੀ ਵਾਹੁਣਯੋਗ ਹੋ ਜਾਣੇ। ਤੇ ਗਾਵਾਂ, ਪੁੱਤਾਂ, ਪੁਰਾਣੇ ਸਮੇਂ ਦੇ ਅੰਦਰ ਜਿਹੜੇ ਬਲਦ ਨੇ, ਬਲਦਾਂ ਨੂੰ ਜੋਇਆ ਜਾਂਦਾ ਸੀ, ਬਲਦਾਂ ਨੂੰ, ਉਹਦੇ ਨਾਲ ਫਿਰ ਖੇਤਾਂ ਨੂੰ ਹੱਲ ਪਾ ਕੇ ਵਾਹਿਆ ਜਾਂਦਾ ਸੀ, ਉਹਦੇ ਨਾਲ ਸੁਹਾਗਾ ਮਾਰਿਆ ਜਾਂਦਾ ਸੀ। ਤੇ ਕਹਿੰਦੇ ਵੀ ਇਹ ਜਿਹੜੇ ਗਾਵਾਂ ਦਾ ਆਪਣੇ ਪੁੱਤਰਾਂ ਤੋਂ ਵਿਛੋੜਾ ਹੋ ਜਾਂਦਾ ਹੈ, ਗਾਵਾਂ ਘਰ ਦੇ ਵਿੱਚ, ਤੇ ਇਹ ਬਲਦ ਹੁਣ ਖੇਤਾਂ ਦੇ ਵਿੱਚ ਸਵੇਰ ਤੋਂ ਲੈ ਕੇ ਸ਼ਾਮ ਤੱਕ ਵਾਹੁਣਯੋਗ ਹੋ ਜਾਂਦੇ ਨੇ, ਇਹਨਾਂ ਨਾਲ ਵਾਹਿਆ ਜਾਂਦਾ ਹੈ। ਤੇ ਆਖਣ ਲੱਗੇ ਵੀ ਜੇਕਰ ਹੁਣ ਵੇਖੋ ਇਹ ਦੁਖੀ ਨਹੀਂ ਹੁੰਦੇ ਹੋਣਗੇ। ਤੇ ਦੂਜੀ ਨਿਰਤਨਾ, ਭਾਵ ਧਨ ਤੋਂ ਰਹਿਤ, ਜਿਹਦੇ ਕੋਲ ਧਨ ਨਾ ਹੋਵੇ। ਹੁਣ ਜਿਹੜਾ ਹਰ ਰੋਜ਼ ਤਾਜ਼ਾ ਕਮਾਓ ਤੇ ਤਾਜ਼ਾ ਖਾਣ ਵਾਲਾ ਹੈ, ਗਰੀਬ, ਤੇ ਜੇਕਰ ਇਹ ਬਰਸਾਤ ਦੇ ਦਿਨ ਆ ਜਾਣ, ਉਹਨਾਂ ਦੇ ਅੰਦਰ ਇਹ ਬੜਾ ਦੁਖੀ ਹੁੰਦਾ ਸੀ ਕਿ ਨਾ ਤੇ ਇਹਨਾਂ ਬਰਸਾਤਾਂ ਦੇ ਦਿਨਾਂ ਦੇ ਵਿੱਚ ਮਾਲਕ ਨੇ ਕਹਿ ਦੇਣਾ ਭਾਈ ਅੱਜ ਬਰਸਾਤ ਹੋ ਰਹੀ ਹੈ, ਅੱਜ ਕੰਮ ਨਹੀਂ ਚੱਲੇਗਾ, ਅੱਜ ਤੈਨੂੰ ਦਿਹਾੜੀ ਨਹੀਂ ਮਿਲੇਗੀ, ਅੱਜ ਤੂੰ ਨਾ ਆਵੀਂ। ਤੇ ਇਹਨੇ ਬੜਾ ਦੁਖੀ ਹੋਣਾ, ਕਿਉਂ ਜਦੋਂ ਦਿਹਾੜੀ ਨਹੀਂ ਮਿਲੇਗੀ, ਪੈਸਾ ਕਮਾ ਕੇ ਘਰ ਦੇ ਵਿੱਚ ਨਹੀਂ ਆਵੇਗਾ, ਤੇ ਘਰ ਦਾ ਗੁਜ਼ਾਰਾ ਕਿੱਥੋਂ ਚੱਲੇਗਾ ਇਹ ਬਰਸਾਤਾਂ ਦੇ ਦਿਨਾਂ ਦੇ ਅੰਦਰ। ਤੇ ਤੀਜੀ ਗੱਲ ਇਹ ਗੱਲ ਆਖੀ ਵੀ ਆਖਣ ਲਈ ਗਾਏ, ਪੁੱਤਾਂ, ਨਿਰਤਨਾ, ਪੰਥੀ ਚਾਕਰ ਹੋਏ, ਰਾਹੀਗੀਰ। ਪੰਥੀ ਦਾ ਅਰਥ ਰਾਹਗਾਰ, ਜਾਣ ਵਾਲੇ ਮੁਸਾਫਰ। ਕੱਚੇ ਰਸਤੇ ਹੋਣ ਦੇ ਕਰਕੇ ਤੇ ਆਵਾਜਾਈ ਦੇ ਸਾਧਨ ਚੰਗੇ ਨਾ ਹੋਣ ਦੇ ਕਰਕੇ
कि होना करना कच्चे रस्ते जदों मींह पैना करना गलियां दे विच राहां दे विच रस्तियां दे विच नक्कों नक पानी भर जाना करना। तो हुण भी जदों मैं कल आ रहा सा वेखदा पिया सा ये बरसात हुई है भी जदों इत्थों आपां जांदे आ भी कैथल नूं जांदे आ रस्ते दे विच कई ते पिंडां दे राह इहो ਜਿਹੇ ने जिन्हां दे सड़कां दे उत्तों पानी चलदा पिया। ये तो साडे कोल आवाजाही के साधन ने जिहदे करके आपां चल के अगे एक दूजी जगह ते आ सकते हैं कि हुणा करना ना तो पहला कोई आवाजाही के साधन रस्ते पैदल चल के ही उन्हां राहां नूं पैंडियां नूं तय करना ते जदों हुण बरसातां होणीਆਂ करनियां मींह पैना करना ते जिथे मुसाफिर खलोता होना उत्थे ही कई दिन लंघ जाने। तो ये भी हुण ये भी गल आखदा सी सोचदा सी भी जेकर हुण सावण तू क्यों आया मींह क्यों आया क्योंकि मेरे परिवार तो मेरे घर तो मेरा विछोड़ा हो गया। गावां पुत्तां निरतना पंथी चाकर होए ते चौथा आखन लगे जेकर सब तो ज़्यादा दुखी हुंदा वो नौकर सब तो ज़्यादा दुखी हुंदा चाकर। क्यों मालक भावें अपने घर दे विच बैठा होया बाहर भावें जिन्नी मर्जी बरसात हो रही है पर मालक ने फिर भी ये गल कह देनी है नौकर नूं भाई फलाना तू काम कर आ उन्होंने फिर करन लई जाना भी पैंदा सी भावें बरसात दे विच भिज क्यों ना जावे। ते आखन लगे जिथे ये चार जीव सुखी हुंदे ने उहदे नाल नाल चार जीव इहो ਜਿਹੇ ने जिहड़े दुखी भी बड़े हुंदे ने। ते पर सतगुरां ने किरपा की सावन सरसी कामनी चरण कमल सो प्यार इस सौण की रुत दे विच ये जदों धरती हरी भरी हो जाती है ये नाल नाल वो जीव इस्त्री का मन ते तन भी उस परमात्मा के रंग दे विच रंगिया जाता है भी जिन्हें हुण चरनां दे नाल प्यार बनिया होवे परमात्मा दे नाल मन तन रत्ता सच रंग एको नाम आधार जिन्हें हुण नाम का आधार ही नाम नूं अपने जीवन का आधार बना लिया होवे। ते प्यार वाले अज नाल नाल भाई तारू सिंह जी का शहीदी दिहाड़ा भी है। सो कोशिश करिए निक्की को टूक मात्र उन्हां दे जीवन दे विचों उदाहरण लईए। चरण कमल सो प्यार ते जिन्हां दा चरणां दे नाल कमलां दे नाल परमात्मा दे नाल प्यार बनिया ते उन्हां दा मन ते तन सच दे नाल रंगिया गया रतिया गया। 1720 दे विच पुल्ले नगर दे अंदर ये भाई तारू सिंह जी का जन्म हुंदा है ते इन्हां दा जीवन केवल 25 कुछ सालां दा 25 कुछ सालां दा 1745 दे विच शहीदी हुंदी है लाहौर दी धरती ते। घर दे विच हुण गुरु नानक दे घर दे नाल जुड़े होण दे करके माता पिता सिੱਖੀ ਦੇ ਨਾਲ जुड़े होंदे करके ਇਹਦੇ भी मन ਦੇ ਵਿੱਚ ਭਾਈ ਤਾਰੂ ਸਿੰਘ जी ਦੇ मन ਦੇ ਵਿੱਚ भी बड़ा प्यार सिੱਖੀ ਦੇ ਪ੍ਰਥਾਈ। ਤੇ 1716 ਦੇ ਵਿੱਚ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਨੂੰ ਸ਼ਹੀਦ ਕੀਤਾ ਜਾਂਦਾ ਤੇ ਸ਼ਹੀਦੀ ਤੋਂ ਬਾਅਦ ਜਿਹੜਾ ਇਥੋਂ ਦੀ ਸਰਕਾਰ ਹੈ ਹਕੂਮਤ ਹੈ ਹਕੂਮਤ ਦੇ ਵੱਲੋਂ ਇੰਨੇ ਸਖਤ ਕਾਨੂੰਨ ਬਣਾ ਦਿੱਤੇ ਗਏ भी किते भी जेकर कोई सिख नज़र आउंदा उस सिख नूं जां ते कतल कर दवो ते जां फड़ के गिरफ्तार करके लिआंदा जावे। इत्थों तक कि लोकां नूं इत्थों तक भी लालच दिता गया जेकर कोई उहदा सिर वड्ड के लिआंदा है जां जिउंदे नूं फड़ांदा है जां उहनूं कोई मारदा ना ते उहनूं किसी प्रकार की कोई सज़ा होवेगी नालों नाल उहनां नूं कुछ इनाम के तौर पर धन भी दिता जाएगा पैसे भी दिते जाणगे। तो हुण जिहड़े आम बंदे सन इन्हां की करना हुण किते भी सिख विखरना करना जां ते उहनूं फड़ लैना करना इस लालच दे विच आके इस सरकार दे हवाले कर देना। ते सिखां ने की कीता अपने घर बार छड्ड के जंगलों दे विच अपना रहन वसेवा बनाया अपने घर बनाए। कुछ कुछ जिहड़े किरती सिख जिहड़े किरत करने वाले सन खेतीबाड़ी करने वाले ਜਾਂ ਹੋਰ ਵਪਾਰ ਕਰਨ ਵਾਲੇ ਇਹਨਾਂ ਨੂੰ ਇਹ ਗੱਲ ਆਖੀ ਗਈ ਵੀ ਜੇਕਰ ਤੁਸੀਂ ਖੇਤੀਬਾੜੀ ਕਰੋਗੇ ਵਪਾਰ ਕਰੋਗੇ ਉਹਦਾ ਕੁਝ ਜਿਹੜਾ ਹਿੱਸਾ ਤੁਹਾਨੂੰ ਟੈਕਸ ਦੇ ਤੌਰ ਤੇ ਸਰਕਾਰ ਨੂੰ ਦੇਣਾ ਪਵੇਗਾ। ਇਹ ਜਿੱਥੇ ਭਾਈ ਤਾਰੂ ਸਿੰਘ ਜੀ ਖੇਤੀ ਕਰਦੇ ਨੇ ਜਦੋਂ ਇਹ ਫਸਲ ਹੋਣੀ ਕਰਨੀ
ਇਹਦੇ ਵਿੱਚੋਂ ਕੁਝ ਜਿਹੜਾ ਹਿੱਸਾ ਟੈਕਸ ਦੇ ਤੌਰ ਤੇ ਸਰਕਾਰ ਨੂੰ ਦੇ ਦੇਣਾ ਮਾਮੂਲੀਆ ਤੌਰ ਤੇ ਬਾਕੀ ਜੇਕਰ ਬਚਿਆ ਹੋਇਆ ਜਿਹੜਾ ਹਿੱਸਾ ਉਹਦਾ ਰਸਦ ਪਾਣੀ ਤਿਆਰ ਕਰਨਾ ਤੇ ਰਸਦ ਪਾਣੀ ਤਿਆਰ ਕਰਕੇ ਜੰਗਲਾਂ ਦੇ ਵਿੱਚ ਰਹਿੰਦੇ ਹੋਏ ਸਿੱਖਾਂ ਤੱਕ ਪਹੁੰਚਾਉਣਾ। ਇੱਥੋਂ ਹੀ ਇਸ ਇਲਾਕੇ ਦਾ ਇੱਕ ਭਗਤ ਨਰਿੰਜਨੀਆ ਹਾਕਮ ਸੀ। ਇਹ ਹੁਣ ਭਾਈ ਤਾਰੂ ਸਿੰਘ ਦੇ ਨਾਲ ਬੜੀ ਖੋੜ ਖਾਂਦਾ ਸੀ, ਮਨ ਦੇ ਵਿੱਚ ਬੜੀ ਖਾਰ ਸੀ। ਇਹਨੇ ਜਾ ਕੇ ਹੁਣ ਜ਼ਕਰੀਆ ਖਾਨ ਦੇ ਕੰਨ ਭਰੇ ਨੇ। ਇਹ ਜਾ ਕੇ ਆਖਦਾ ਵੀ ਪਿੰਡ ਦਾ ਪੁਰਲੇ ਪਿੰਡ ਦਾ ਰਹਿਣ ਵਾਲਾ ਤਾਰੂ ਸਾਡੇ ਜਿਹੜੇ ਬਾਗੀ ਨੇ, ਸਾਡੇ ਜਿਹੜੇ ਦੁਸ਼ਮਣ ਨੇ, ਉਹਨਾਂ ਦੀ ਮਦਦ ਕਰਦਾ। ਤੇ ਇਹ ਜ਼ਕਰੀਆ ਨੇ ਪੁੱਛਿਆ, ਜ਼ਕਰੀਆ ਖਾਨ ਨੇ ਕਿਵੇਂ ਕਰਦਾ? ਆਖਣ ਲੱਗਾ ਨਾ ਤੇ ਇੱਥੇ ਸਰਕਾਰ ਦਾ ਕੋਈ ਟੈਕਸ ਦਿੰਦਾ ਤੇ ਦੂਜੇ ਪਾਸੇ ਵੀ ਇਹ ਜਿਹੜੇ ਸਾਰੇ ਸਿੱਖ ਨੇ ਵੀ ਸਿੱਖਾਂ ਦੇ ਕੋਲ ਰਾਸ਼ਨ ਪਾਣੀ ਹੈ ਵੀ ਰਾਸ਼ਨ ਪਾਣੀ ਵੀ ਪਹੁੰਚਾਉਂਦਾ। ਇਹ ਜ਼ਕਰੀਆ ਖਾਨ ਨੇ ਜਦੋਂ ਹੁਣ ਆਪਣੇ ਇਹਦੇ ਨਾਲ ਭਗਤ ਨਰਿੰਜਨੀਏ ਦੇ ਨਾਲ 20 ਕੁ ਜਿਹੜੇ ਸਿਪਾਹੀ ਭੇਜੇ ਨੇ ਪੁੱਲੇ ਦੀ ਧਰਤੀ ਦੇ ਉੱਤੇ 1745 ਦੇ ਵਿੱਚ ਕੇਵਲ 25 ਕੁ ਸਾਲ ਦੀ ਉਮਰ ਹੈ, ਨੌਜਵਾਨੀ ਦੇ ਵਿੱਚ ਨੇ ਇਹ ਭਾਈ ਤਾਰੂ ਸਿੰਘ। 20 ਦੇ ਵਿੱਚ ਜਨਮ ਹੁੰਦਾ ਤੇ 45 ਦੇ ਵਿੱਚ ਸ਼ਹੀਦੀ ਹੁੰਦੀ ਹੈ। 25 ਕੁ ਸਾਲਾਂ ਦਾ ਸਮਾਂ ਬਣਦਾ ਹੈ। ਇਹ 20 ਸਿਪਾਹੀ ਲੈ ਕੇ ਭਗਤ ਨਰਿੰਜਨੀਆ ਭਾਈ ਤਾਰੂ ਦੇ ਘਰ ਆਇਆ ਤੇ ਇੱਥੋਂ ਸ਼ਹੀਦ ਗ੍ਰਿਫਤਾਰੀ ਹੁੰਦੀ ਹੈ ਤੇ ਲੈ ਜਾਂਦੇ ਨੇ ਲਾਹੌਰ ਦੀ ਧਰਤੀ ਤੇ। ਜਿਵੇਂ ਜਾ ਕੇ ਦਰਬਾਰ ਦੇ ਵਿੱਚ ਪੇਸ਼ੀ ਹੁੰਦੀ ਹੈ, ਪੇਸ਼ੀ ਦੇ ਵਿੱਚ ਜ਼ਕਰੀਆ ਖਾਨ ਦੇ ਵੱਲੋਂ ਇਸ ਭਾਈ ਤਾਰੂ ਸਿੰਘ ਨੂੰ ਕੁਝ ਕੁ ਸਵਾਲ ਕੀਤੇ ਜਾਂਦੇ ਨੇ। ਸਭ ਤੋਂ ਪਹਿਲਾ ਸਵਾਲ ਇਤਿਹਾਸਕਾਰਾਂ ਇਹ ਲਿਖਿਆ ਵੀ ਆਖਣ ਲੱਗੇ ਵੀ ਤੇਰੇ ਤੇ ਗੁਰੂ ਨੇ ਇਹ ਗੱਲ ਆਖੀ ਹੈ ਵੀ ਇੱਕੋ ਇੱਕ ਜਨਮ ਮਿਲਿਆ। ਭਾਈ ਤਾਰੂ ਸਿੰਘ ਜੀ ਆਖਦੇ ਵੀ ਹਾਂਜੀ ਇਹ ਗੱਲ ਆਖੀ ਹੈ। ਤੇ ਕਹਿੰਦੇ ਫਿਰ ਇਹ ਵੀ ਗੱਲ ਆਖੀ ਹੈ ਵੀ ਜੇਕਰ ਜਨਮ ਮਿਲਿਆ ਇਸ ਜਨਮ ਨੂੰ ਜਿਉਂ ਕੇ ਵੀ ਜਾਣਾ ਤੇ ਤੀਜੀ ਗੱਲ ਇਹਨੂੰ ਸਫਲ ਵੀ ਕਰਕੇ ਜਾਣਾ। ਤੇ ਅੱਗੋਂ ਭਾਈ ਤਾਰੂ ਸਿੰਘ ਜੀ ਜਵਾਬ ਦਿੰਦੇ ਨੇ, ਆਖਣ ਲੱਗੇ ਵੀ ਗੱਲ ਠੀਕ ਹੈ, ਮੇਰੇ ਗੁਰੂ ਨੇ ਇਹ ਗੱਲ ਆਖੀ ਹੈ। ਤੇ ਜ਼ਕਰੀਆ ਖਾਨ ਇਹ ਗੱਲ ਆਖਦਾ ਵੀ ਕਹਿੰਦੇ ਵੀ ਜੇਕਰ ਇਹ ਗੱਲ ਆਖੀ ਹੈ ਮੈਂ ਤੇ ਤੈਨੂੰ ਤੇਰੇ ਗੁਰੂ ਦੀ ਗੱਲ ਆਖਦਾ ਪਿਆ, ਤੂੰ ਆਪਣੇ ਇਸਲਾਮ ਧਰਮ ਨੂੰ ਕਬੂਲ ਕਰ ਲੈ। ਇੱਕ ਗੱਲ ਤੇਰੇ ਗੁਰੂ ਨੇ ਆਖਿਆ ਵੀ ਤੈਨੂੰ ਇਹ ਜਨਮ ਮਿਲਿਆ ਬੜਾ ਅਮੁਲਕ ਹੈ, ਪਤਾ ਨਹੀਂ ਕਿੰਨੀਆਂ ਕੁ ਜੂਨਾਂ ਤੋਂ ਬਾਅਦ ਜਨਮ ਮਿਲਿਆ। ਦੂਜੀ ਗੱਲ ਵੀ ਇੱਕੋ ਇੱਕ ਜ਼ਿੰਦਗੀ ਮਿਲੀ ਹੈ ਵੀ ਇਹਨੂੰ ਜਿਉਂ ਕੇ ਜਾਣਾ ਤੇ ਜਿਉਂ ਤਾਂ ਜਾ ਸਕਦਾ ਵੀ ਜੇਕਰ ਤੂੰ ਇਸਲਾਮ ਧਰਮ ਦੇ ਵਿੱਚ ਤਬਦੀਲ ਹੋ ਜਾਵੇਂਗਾ, ਬਦਲ ਜਾਵੇਂਗਾ। ਤੇ ਜਦੋਂ ਇਹ ਗੱਲ ਆਖੀ ਵੀ ਇਤਿਹਾਸਕਾਰਾਂ ਲਿਖਿਆ ਵੀ ਭਾਈ ਤਾਰੂ ਸਿੰਘ ਦਾ ਜਵਾਬ ਬੜਾ ਪਿਆਰਾ ਸੀ। ਤੇ ਭਾਈ ਤਾਰੂ ਸਿੰਘ ਨੇ ਜਵਾਬ ਦਿੱਤਾ, ਆਖਣ ਲੱਗਾ ਠੀਕ ਹੈ ਵੀ ਜ਼ਕਰੀਆ ਖਾਨ ਮੇਰੇ ਗੁਰੂ ਨੇ ਇਹ ਗੱਲ ਆਖੀ ਹੈ ਵੀ ਤੈਨੂੰ ਜਨਮ ਬੜਾ ਅਮੁਲਕ ਮਿਲਿਆ ਬੜੇ ਸਮੇਂ ਤੋਂ ਬਾਅਦ। ਆਪਾਂ ਪੜ੍ਹਦੇ ਨਾ ਕਬੀਰ ਮਾਨਸ ਜਨਮ ਦੁਲੰਭ ਹੈ ਹੋਏ ਨਾ ਬਾਰ ਬਾਰ। ਕਹਿੰਦੇ ਠੀਕ ਹੈ ਵੀ ਜੇਕਰ ਮੈਨੂੰ ਜਨਮ ਮਿਲਿਆ ਬੜਾ ਦੁਲੰਭ ਹੈ, ਪਤਾ ਨਹੀਂ ਕਿੰਨੇ ਕੁ ਸਮੇਂ ਦੇ ਬਾਅਦ ਮਿਲਿਆ। ਪਰ ਇੱਕ ਗੱਲ ਮੇਰਾ ਵੀ ਇਹ ਧਿਆਨ ਦੇ ਵਿੱਚ ਰੱਖੀ ਵੀ ਜੇਕਰ ਮੈਂ ਅੱਜ ਤੇਰੇ ਆਪਣੇ ਗੁਰੂ ਦੀ ਗੱਲ ਨੂੰ ਛੱਡ ਕੇ ਤੇਰੇ ਧਰਮ ਦੇ ਵਿੱਚ ਆ ਜਾਵਾਂ, ਕੀ ਪਤਾ ਫਿਰ ਦੁਬਾਰਾ ਤੋਂ ਗੁਰੂ ਨਾਨਕ ਦੇ ਘਰ ਦੇ ਵਿੱਚ ਮੇਰਾ ਜਨਮ ਹੋਵੇ ਕਿ ਨਾ ਹੋਵੇ। ਐਤਕੀ ਤੇ ਮੈਂ ਸੁਭਾਗਾਂ ਵਾਲਾ ਵਾਂ, ਵੱਡਿਆਂ ਭਾਗਾਂ ਵਾਲਾ ਵੀ ਗੁਰੂ ਨਾਨਕ ਦੇ ਘਰ ਦੇ ਵਿੱਚ ਮੇਰਾ ਜਨਮ ਹੋਇਆ, ਉਹਦੇ ਪਰਿਵਾਰ ਦੇ ਵਿੱਚ, ਉਹਦੇ ਸਿੱਖਾਂ ਦੇ ਘਰ। ਬਾਅਦ ਦੇ ਵਿੱਚ ਕੀ ਪਤਾ ਵੀ ਅੱਜ ਮੈਂ ਗੁਰੂ ਨਾਨਕ ਦੀ ਸਿੱਖੀ ਨੂੰ ਛੱਡ ਕੇ ਤੇਰੇ ਜਨਮ ਨੂੰ ਧਾਰਨ ਕਰ ਲਵਾਂ, ਤੇਰੇ ਧਰਮ ਨੂੰ ਧਾਰਨ ਕਰ ਲਵਾਂ। ਇਹਦੇ ਤੋਂ ਬਾਅਦ ਪਤਾ ਨਹੀਂ ਦੁਬਾਰਾ ਤੋਂ ਮੇਰਾ ਜਨਮ ਹੋਵੇ ਕਿ ਨਾ ਹੋਵੇ। ਇਹਦੇ ਕਰਕੇ ਜੇਕਰ ਹੁਣ ਤੱਕ ਜਿੰਨੀ ਵੀ ਮੇਰੀ ਜ਼ਿੰਦਗੀ ਲੰਘੀ ਹੈ ਇਹ ਤੇ ਮੈਂ ਆਪਣੇ ਸਵਾਸਾਂ ਦੇ ਨਾਲ ਸਿੱਖੀ ਕੇਸਾਂ ਸਵਾਸਾਂ ਦੇ ਨਾਲ ਨਿਭਾ ਦਿੱਤੀ ਤੇ ਰਹਿਣ ਵਾਲਾ ਸਮਾਂ ਵੀ ਜੇਕਰ ਕਿਤੇ ਗੁਰੂ ਦੇ ਹੁਕਮ ਦੇ ਵਿੱਚ ਰਹਿ ਕੇ ਲੰਘ ਜਾਵੇ ਬੜਾ ਚੰਗਾ ਹੋਵੇਗਾ। ਤੇ ਇਹ ਜ਼ਕਰੀਆ ਖਾਨ ਨੇ ਫਿਰ ਡਰਾਵਾ ਵੀ ਦਿੱਤਾ, ਇਹਨੇ ਲਾਲਚ ਵੀ ਦਿੱਤਾ ਵੀ ਤੈਨੂੰ ਧਨ ਵੀ ਬੜਾ ਦੇਵਾਂਗੇ। ਇੱਥੋਂ ਤੱਕ ਇਹ ਗੱਲ ਆਖੀ ਵੀ ਕਹਿੰਦੇ ਵੀ ਤੇਰੇ ਜਿਹੜੇ ਕੇਸ ਨੇ, ਤੇਰੀ ਜਿਹੜੀ ਖੋਪੜੀ ਹੈ ਵੀ ਇਸ ਖੋਪੜੀ ਨੂੰ ਰੰਬੇ ਦੇ ਨਾਲ ਉਤਾਰ ਦੇਵਾਂਗੇ, ਖੋਪੜੀ ਸਮੇਤ ਕੇਸਾਂ। ਪਰ ਇਹ ਭਾਈ ਤਾਰੂ ਸਿੰਘ ਚਰਨ ਕਮਲ ਸੋਂ ਪਿਆਰ, ਗੁਰੂ ਦੇ ਵਿੱਚ ਪਰਮਾਤਮਾ ਦੇ ਨਾਲ ਪਿਆਰ ਹੋਣ ਦੇ ਕਰਕੇ ਮਨ ਤਨ ਰਤਾ ਸੱਚ ਰੰਗ। ਸੱਚ ਦੇ ਵਿੱਚ ਜਦੋਂ ਹੁਣ ਮਨ ਤਨ ਰੰਗਿਆ ਗਿਆ, ਰਤਿਆ ਗਿਆ ਤੇ ਇਹ ਆਖਦੇ ਮੈਨੂੰ ਮਨਜ਼ੂਰ ਹੈ। ਤੇ ਪਿਆਰ ਵਾਲਿਓ ਵੀ ਜਿਹੜੇ ਉਸ ਅਕਾਲ ਪੁਰਖ ਦੇ ਨਾਲ ਜੁੜ ਜਾਣ
ਫਿਰ ਉਹ ਆਪਣੇ ਸਰੀਰ ਦੇ ਨਾਲ, ਇਸ ਧਨ ਦੇ ਨਾਲ ਉਹਨਾਂ ਦਾ ਕੋਈ ਪਿਆਰ ਨਹੀਂ ਹੁੰਦਾ। ਕਿਉਂ? ਉਹਨਾਂ ਦਾ ਮਨ ਤੇ ਤਨ ਉਸ ਪਰਮਾਤਮਾ ਦੇ ਨਾਮ ਦੇ ਵਿੱਚ ਧਾ ਜਾਂਦਾ ਹੈ। ਤੇ ਸਤਿਗੁਰਾਂ ਨੇ ਅੱਜ ਕਿਰਪਾ ਹੀ ਇਹ ਕੀਤੀ, ਸਾਵਣ ਸਰਸੀ ਕਾਮਨੀ ਚਰਨ ਕਮਲ ਸੋ ਪਿਆਰ। ਸੌਣ ਦੀ ਰੁੱਤ ਦੇ ਵਿੱਚ ਜਿਵੇਂ ਇਹ ਮਹੀਨੇ ਦੀ ਆਰੰਭਤਾ ਹੋਈ, ਉਹੀ ਹਰੀ ਭਰੀ ਰਸਾਂ ਵਾਲੀ ਕਾਮਣੀ ਜੀਵ ਇਸਤਰੀ ਸ਼ਾਂਤ ਚਿੱਤ ਹੁੰਦੀ ਹੈ। ਚਰਨ ਕਮਲ ਸੋ ਪਿਆਰ, ਜਿਨ੍ਹਾਂ ਦੇ ਚਿੱਤ ਦੇ ਵਿੱਚ ਉਸ ਪਰਮਾਤਮਾ ਦੇ ਪਰਥਾਈ ਪਿਆਰ ਹੁੰਦਾ ਹੈ। ਮਨ ਤਨ ਰਤਾ ਸੱਚ ਰੰਗ ਇੱਕੋ ਨਾਮ ਆਧਾਰ, ਤੇ ਉਹਨਾਂ ਦੇ ਜੀਵਨ ਦਾ ਜਿਹੜਾ ਆਧਾਰ ਹੈ ਇੱਕੋ ਨਾਮ ਪਰਮਾਤਮਾ ਦਾ ਨਾਮ ਬਣ ਜਾਂਦਾ ਹੈ। ਵਿਖਿਆ ਰੰਗ ਕੁੜਾਵਿਆ ਦਿਸਨ ਛੱਬੇ ਸਾਰ, ਇਹ ਵਿਖਿਆ ਜ਼ਹਿਰ, ਇਹ ਝੂਠ, ਇਹ ਨਾਸ਼ਵੰਤ। ਕਹਿੰਦੇ ਇਹ ਜਿੰਨੇ ਵੀ ਜ਼ਿੰਦਗੀ ਦੇ ਇਹ ਦੁਨੀਆ ਦੇ ਰੰਗ ਨੇ, ਇਹ ਸਾਰੇ ਜਿਹੜੇ ਰੰਗ ਨਾਸ਼ਵੰਤ ਨੇ। ਦਿਸਣ ਸਭੇ ਛਾਰ, ਵੀ ਬਸ ਇਹ ਤੇ ਕੁਝ ਕੁ ਦਿਨਾਂ ਦੇ ਦਿਸਣ ਵਾਲੇ ਨੇ। ਹਰ ਅੰਮ੍ਰਿਤ ਬੂੰਦ ਸੁਹਾਵਣੀ ਮਿਲ ਸਾਧੂ ਪੀਵਨ ਹਾਰ, ਕਹਿੰਦੇ ਬਸ ਇਹਨਾਂ ਰਸਾਂ ਨੂੰ ਛੱਡ ਕੇ ਉਹ ਜੀਵ ਇਸਤਰੀ ਫਿਰ ਗੁਰੂ ਦੇ ਚਰਨਾਂ ਦੇ ਵਿੱਚ ਆ ਕੇ ਗੁਰੂ ਦੀ ਸੰਗਤ ਦੇ ਵਿੱਚ ਬੈਠਦੀ ਹੈ। ਇਹਦੇ ਵਿੱਚ ਬਹਿ ਕੇ ਉਸ ਪਰਮਾਤਮਾ ਦੇ, ਉਸ ਗੁਰੂ ਦੇ ਵੱਲੋਂ ਉਚਾਰਨ ਕੀਤੇ ਹੋਏ ਇਹ ਅਮੋਲਕ ਬਚਨ, ਅੰਮ੍ਰਿਤ ਬਚਨ ਨੇ ਜਿਹੜੇ, ਇਹਨਾਂ ਬਚਨਾਂ ਨੂੰ ਸੁਣ ਕੇ ਆਪਣੇ ਜੀਵਨ ਨੂੰ ਸਫਲਾ ਕਰਦੀ ਹੈ। ਇਹ ਗੁਰਬਾਣੀ ਅਮੋਲਕ ਹੈ, ਇਹਦੀ ਕੋਈ ਕੀਮਤ ਨਹੀਂ। ਗੁਰੂ ਦਾ ਸ਼ਬਦ ਆਪਾਂ ਪੜ੍ਹਦੇ ਹਾਂ, ਗੁਰੂ ਦਾ ਸ਼ਬਦ ਅਮੋਲਕ ਹੈ, ਇਹਦੀ ਕੋਈ ਕੀਮਤ ਨਹੀਂ ਪਾਈ ਜਾ ਸਕਦੀ। ਹਾਂ, ਸਤਿਗੁਰਾਂ ਨੇ ਇਹ ਗੱਲ ਜ਼ਰੂਰ ਆਖੀ ਹੈ ਵੀ ਭਾਈ ਜੇਕਰ ਕੋਈ ਇਹਨਾਂ ਅਮੋਲਕ ਬਚਨਾਂ ਨੂੰ ਆਪਣੇ ਕੰਨਾਂ ਦੇ ਨਾਲ ਸੁਣ ਲੈਂਦਾ ਹੈ, ਆਪਣੀ ਇਸ ਰਸਨਾ ਦੇ ਨਾਲ ਪੜ੍ਹ ਲੈਂਦਾ ਹੈ, ਤੇ ਉਹਦਾ ਇਸ ਸੰਸਾਰ ਦੇ ਉੱਤੇ ਆਇਆ ਹੋਇਆ ਜਿਹੜਾ ਜਨਮ ਹੈ ਉਹ ਜ਼ਰੂਰ ਸਫਲਾ ਹੋ ਜਾਂਦਾ ਹੈ। ਤੇ ਸਤਿਗੁਰੂ ਪਾਤਸ਼ਾਹ ਦੀ, ਪੰਜਵੇਂ ਪਾਤਸ਼ਾਹ ਦੀ ਕਿਰਪਾ ਕਰਦੇ, ਹਰ ਅੰਮ੍ਰਿਤ ਬੂੰਦ ਸੁਹਾਵਣੀ ਮਿਲ ਸਾਧੂ ਪੀਵਨ ਹਾਰ, ਉਹ ਫਿਰ ਗੁਰੂ ਦੀ ਸੰਗਤ ਦੇ ਵਿੱਚ ਬੈਠ ਕੇ ਸਾਧ ਜਨਾਂ ਦੀ, ਸਾਧੂ ਦੀ ਸੰਗਤ ਭਾਵ ਗੁਰੂ ਦੀ ਸੰਗਤ, ਤੇ ਇਹ ਸਾਧ ਸੰਗਤ ਦੇ ਵਿੱਚ ਬਹਿ ਕੇ ਅੰਮ੍ਰਿਤ ਬੂੰਦ ਸੁਹਾਵਣੀ, ਤੇ ਇਹ ਆਤਮਿਕ ਜੀਵਨ ਦੇਣ ਵਾਲਾ ਇਹ ਗੁਰੂ ਦਾ ਸ਼ਬਦ, ਇਸ ਗੁਰੂ ਦੇ ਸ਼ਬਦ ਨੂੰ ਉਹ ਸੁਣਦਾ ਹੈ, ਉਹਨੂੰ ਪੜ੍ਹਦਾ ਹੈ। ਵਨ ਤਿੰਨ ਪ੍ਰਭ ਸੰਗ ਮੋਲਿਆ ਸਮਰੱਥ ਪੁਰਖ ਅਪਾਰ, ਇਹ ਜੰਗਲ, ਇਹ ਬਨਸਪਤੀ, ਇਹ ਸਭ ਕੁਝ ਉਸ ਪਰਮਾਤਮਾ ਦਾ ਬਣਾਇਆ ਹੋਇਆ, ਉਹ ਪਰਮਾਤਮਾ ਸਿਰਜਣਹਾਰ ਹੈ। ਹਰ ਮਿਲਣਾ ਨੋ ਮਨ ਲੋਚਦਾ ਕਰਮ ਮਿਲਾਵਨ ਹਾਰ। ਪਾਤਸ਼ਾਹ ਦੀ ਕਿਰਪਾ ਕਰਦੇ, ਪੰਜਵੇਂ ਪਾਤਸ਼ਾਹ ਦੀ ਆਖਣ ਲੱਗੇ, ਮੇਰੇ ਵੀ ਮਨ ਦੇ ਵਿੱਚ ਉਸ ਪਰਮਾਤਮਾ ਨੂੰ ਮਿਲਣ ਦੇ ਲਈ ਲੋਚ ਪੈਦਾ ਹੋ ਰਹੀ ਹੈ, ਤੰਗ ਪੈਦਾ ਹੋ ਰਹੀ ਹੈ ਵੀ ਕਦੋਂ ਜਾ ਕੇ ਉਹ ਪਰਮਾਤਮਾ ਨੂੰ ਮਿਲਾਂ, ਕਿਵੇਂ ਉਹਦੇ ਦਰਸ਼ਨ ਹੋਣ। ਕਰਮ ਮਿਲਾਵਨ ਹਾਰ, ਕਹਿੰਦੇ ਜੇਕਰ ਕਿਤੇ ਗੁਰੂ ਰਹਿਮਤ ਕਰ ਦੇਵੇ, ਗੁਰੂ ਬਖਸ਼ਿਸ਼ ਕਰ ਦੇਵੇ, ਤੇ ਮੇਰਾ ਇਹ ਮਿਲਾਪ ਹੋ ਸਕਦਾ ਹੈ। ਜਿਨੀ ਸਖੀਏ ਪ੍ਰਪਾਇਆ ਹੋ ਤਿਨ ਕੈ ਸਦ ਬਲਿਹਾਰ। ਕਿਰਪਾ ਕਰਦੇ ਸਤਿਗੁਰੂ ਪਾਤਸ਼ਾਹ ਜੀ, ਕਹਿੰਦੇ ਜਿਨ੍ਹਾਂ ਸਖੀਆਂ ਨੇ ਉਸ ਪਰਮਾਤਮਾ ਦੇ ਨਾਲ ਆਪਣਾ ਚਿੱਤ ਜੋੜ ਲਿਆ, ਜਿਹੜੇ ਗੁਰਮੁਖ ਜਨ ਗੁਰੂ ਦੇ ਦੱਸੇ ਹੋਏ ਰਸਤੇ ਤੇ ਚੱਲਣ ਲੱਗ ਪਏ, ਗੁਰੂ ਦੇ ਉਪਦੇਸ਼ ਨੂੰ ਕਮਾਉਣ ਲੱਗ ਪਏ ਨੇ, ਮੈਂ ਉਹਨਾਂ ਤੋਂ ਬਲਿਹਾਰ ਜਾਨਾ, ਵਾਰਨੇ ਜਾਨਾ। ਨਾਨਕ ਹਰ ਜੀ ਮਿਆ ਕਰ ਸ਼ਬਦ ਸਵਾਰਨ ਹਾਰ। ਪਾਤਸ਼ਾਹ ਜੀ ਕਿਰਪਾ ਕਰਦੇ, ਹੈ ਨਾਨਕ ਉਸ ਅਕਾਲ ਪੁਰਖ ਦੇ ਅੱਗੇ ਅਰਦਾਸ ਕਰ, ਬੇਨਤੀ ਕਰ ਕਿ ਹਰ ਜੀ ਮਿਆ ਕਰ ਸ਼ਬਦ ਸਵਾਰਨ ਹਾਰ। हे परमात्मा जीओ मेरे ते दया करो, मैनू भी अपना शब्द बख्शो, ते इस शब्द के नाल मैं भी अपने जीवन को सफला कर लवां। सावण तिना सुहागनी जिन राम नाम उरहार, उन्हां दा ही जीव इस्त्रियां दा इह सौण दा महीना सफल हुंदा है, उन्हां सुहागणां दा इह सफल हुंदा है जिन राम नाम उरहार, जिन्हां दे हरि दा नाम हार बना के भरो के अपने गल दे विच पा लिया, भाव इस रसना दे नाल उस परमात्मा दे नाम नूं सिमरिया, उस परमात्मा नूं याद कीता, उन्हां दा इह सौण दा महीना सफल हो जाता है। सो प्यार वालिओ कोशिश करिए, अज सौण महीने की आरंभता है, सतगुरां दे दर दे उत्ते यही अरदास करके जाइए, सतगुरु पातशाह जी साडे ते भी कृपा करन, सानू भी अपना उपदेश बख्शण, असी भी गुरु वाले बनीए, ते जिथे प्यार वाले असी आप चल के आउने आ, उहदे नाल नाल अपने बच्चों नूं, अपने परिवार नूं जरूर लैके आइए गुरु के दर दे उत्ते, गुरु दे नाल जोड़िए,
ਸਤਿਗੁਰ ਪਾਤਸ਼ਾਹ ਜੀ ਕਿਰਪਾ ਕਰਨ, ਸਭਨਾਂ ਦੇ ਗ੍ਰਹਿ ਵਿਖੇ ਸੁੱਖਾਂ ਦਾ ਪ੍ਰਕਾਸ਼ ਕਰਨ, ਦੁੱਖਾਂ ਦਾ ਨਾਸ਼ ਕਰਨ, ਵਿਚਾਰਾਂ ਦੀ ਸਮਾਪਤੀ। ਸਮਾਂ ਸਮਾਪਤ। ਬੁਲਾਓ ਜੀ ਫਤਿਹ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।